ਹੈਲੋ ਸਤਿ ਸ੍ਰੀ ਅਕਾਲ, ਕੀ ਹਾਲ ਨੇ। ਪਿੱਛੇ ਜੇ ਪੰਜਾਬ ਸਟੇਟ ਲੈਜਿਸਲੇਟਿਵ ਅਸੈਂਬਲੀ ਜੋ ਚੰਡੀਗੜ੍ਹ ਵਿੱਚ ਸਥਿਤ ਹੈ, ਇੱਕ ਸਪੈਸ਼ਲ ਸੈਸ਼ਨ ਸੱਦਿਆ ਗਿਆ ਜਿਹਦੇ ਵਿੱਚ ਸੈਂਟਰ ਦੇ ਪਾਸ ਕੀਤੇ 3 ਖੇਤੀ ਕਾਨੂੰਨਾਂ ਨੂੰ ਰੱਦ ਕੀਤਾ ਗਿਆ ਔਰ ਉਹਨਾਂ ਵਿੱਚ ਸੋਧਾਂ ਲੈ ਕੇ ਆਏ ਨੇ, ਉਹਨਾਂ ਵਿੱਚ ਅਮੈਂਡਮੈਂਟਸ ਕੀਤੀਆਂ ਨੇ, ਉਹਨਾਂ ਵਿੱਚ ਕੁਝ ਪ੍ਰੋਵੀਜ਼ਨਸ ਐਡ ਕੀਤੀਆਂ ਨੇ ਸਪੈਸ਼ਲ ਪੰਜਾਬ ਵਾਸਤੇ। ਹੁਣ ਇਹ ਜਿਹੜੇ 3 ਬਿੱਲ ਨੇ ਪੰਜਾਬ ਸਟੇਟ ਲੈਜਿਸਲੇਟਿਵ ਅਸੈਂਬਲੀ ਨੇ ਪਾਸ ਕਰ ਦਿੱਤੇ ਨੇ। ਹੁਣ ਇਹ ਬਿੱਲ ਗਵਰਨਰ ਸਾਹਿਬ ਕੋਲ ਗਏ ਨੇ। ਗਵਰਨਰ ਸਾਹਿਬ ਇਹਨਾਂ 3 ਬਿੱਲਾਂ ਨੂੰ ਜਿਹੜੇ ਪੰਜਾਬ ਨੇ ਸੋਧ ਬਿੱਲ ਲੈ ਕੇ ਆਏ ਨੇ ਪ੍ਰੈਜ਼ੀਡੈਂਟ ਸਾਹਿਬ ਕੋਲ ਭੇਜਣਗੇ ਜਾਂ ਰਾਸ਼ਟਰਪਤੀ ਕੋਲ ਭੇਜਣਗੇ। ਰਾਸ਼ਟਰਪਤੀ ਦੇ ਸਾਈਨ ਅਗਰ ਹੁੰਦੇ ਹੈ ਤਾਂ ਇਹ ਬਿੱਲ ਪੰਜਾਬ ਦੇ ਵਿੱਚ ਲਾਗੂ ਹੋ ਜਾਣਗੇ, ਨਹੀਂ ਤਾਂ ਸੈਂਟਰ ਦੇ ਬਿੱਲ ਆਲਰੇਡੀ ਸੈਂਟਰ ਨੇ ਬਣਾਤੇ ਹੈ ਔਰ ਉਹ ਲਾਗੂ ਹੋਣਗੇ। ਹੁਣ ਇਹ ਦੇਖਦੇ ਹਾਂ ਕਿ ਪ੍ਰੈਜ਼ੀਡੈਂਟ ਸਾਹਿਬ ਸਾਈਨ ਕਰਦੇ ਹੈ ਜਾਂ ਨਹੀਂ ਕਰਦੇ। ਕਈਆਂ ਦਾ ਇਹ ਕਹਿਣਾ ਕਿ ਪੰਜਾਬ ਨੇ ਸੈਂਟਰ ਦੇ ਬਿੱਲਾਂ ਨੂੰ ਸੋਧ ਕੀਤੀ ਹੈ, ਇਹਦੀ ਥਾਂ 'ਤੇ ਪੰਜਾਬ ਆਪਣਾ ਬਿੱਲ ਜਾਂ ਆਪਣਾ ਐਕਟ ਲੈ ਕੇ ਆ ਜਾਂਦਾ, ਉਹ ਜ਼ਿਆਦਾ ਵਧੀਆ ਰਹਿੰਦਾ, ਉਹ ਜ਼ਿਆਦਾ ਬੈਟਰ ਰਹਿੰਦਾ। ਚਲੋ ਉਹ ਬਾਅਦ ਦੀ ਗੱਲ ਹੈ। ਕੇਰਾਂ ਆਪਾਂ ਅੱਜ ਡਿਸਕਸ ਕਰਦੇ ਹਾਂ ਕਿ ਜਿਹੜੇ 3 ਖੇਤੀ ਬਿੱਲਾਂ ਵਿੱਚ ਪੰਜਾਬ ਨੇ ਅਮੈਂਡਮੈਂਟਸ ਲੈ ਕੇ ਆਏ ਨੇ, ਇਹ ਅਮੈਂਡਮੈਂਟਸ ਕੀ ਨੇ, ਕੀ ਕਿਸਾਨ ਦੇ ਖਦਸ਼ਿਆਂ ਨੂੰ ਦੂਰ ਕੀਤਾ ਗਿਆ। ਕਿਸਾਨ ਦਾ ਜਿਹੜਾ ਡਰ ਸੀਗਾ ਕਿ ਮਿਨੀਮਮ ਸਪੋਰਟ ਪ੍ਰਾਈਸ ਹੁਣ ਚਲੀ ਜਾਊਗੀ, ਸੈਂਟਰ ਨੇ ਆ ਲਾਅ ਬਣਾਤਾ ਫਾਰਮਰਸ ਪ੍ਰੋਡਿਊਸ ਟ੍ਰੇਡ ਐਂਡ ਕਮਰਸ ਐਕਟ 2020 ਕਿ ਇਹਦੇ ਰਾਹੀਂ ਪੰਜਾਬ ਦੇ ਕਿਸਾਨ ਦੀ ਜਿਹੜੀ ਹੁਣ ਤੱਕ ਦੀ ਜਿਹੜੀ ਉਮੀਦ ਸੀ ਕਿ ਮਿਨੀਮਮ ਸਪੋਰਟ ਪ੍ਰਾਈਸ ਤੇ ਉਹਦੀ ਕਿਸਾਨ ਦੀ ਜਿਹੜੀ ਫਸਲ ਹੈ ਹੁਣ ਤੱਕ ਚੱਕੀ ਜਾ ਰਹੀ ਹੈ ਸੈਂਟਰ ਵੱਲੋਂ ਔਰ ਫਿਊਚਰ ਵਿੱਚ ਵੀ ਚੱਕੀ ਜਾਊਗੀ ਕਿ ਇਹਨਾਂ ਫਾਰਮ ਐਕਟਾਂ ਦਾ ਪੰਜਾਬ ਦੇ ਕਿਸਾਨਾਂ ਦੇ ਜਿਹੜੀ ਜਿਣਸ ਹੈ ਉਹਨਾਂ ਦੀ ਜਿਣਸ ਦੀ ਜਿਹੜੀ ਖਰੀਦ ਹੈ ਉਹਦੇ ਵਿੱਚ ਜਿਹੜੀ ਹੈ ਪ੍ਰਾਈਸ ਘਟੂਗਾ ਤਾਂ ਨਹੀਂ, ਉਹਦਾ ਜਿਹੜਾ ਹੈ ਕਿਸਾਨਾਂ ਨੂੰ ਬਹੁਤ ਵੱਡਾ ਖਦਸ਼ਾ ਸੀ। ਉਹ ਖਦਸ਼ਿਆਂ ਨੂੰ ਦੂਰ ਕਰਨ ਲਈ ਸਭ ਤੋਂ ਪਹਿਲਾ ਬਿੱਲ ਜਿਹੜਾ ਆਪਣੇ ਪੰਜਾਬ ਸਟੇਟ ਲੈਜਿਸਲੇਟਿਵ ਅਸੈਂਬਲੀ ਨੇ ਬਣਾਇਆ ਹੈ ਉਹ ਹੈ ਫਾਰਮਰਸ ਪ੍ਰੋਡਿਊਸ ਐਂਡ ਕਮਰਸ ਪ੍ਰਮੋਸ਼ਨ ਐਂਡ ਫੈਸਿਲੀਟੇਸ਼ਨ ਐਕਟ 2020 ਜੋ ਸੈਂਟਰ ਨੇ ਬਣਾਇਆ। ਉਹਦੇ ਵਿੱਚ ਕੁਝ ਪ੍ਰੋਵੀਜ਼ਨਸ ਤੇ ਪੰਜਾਬ ਅਮੈਂਡਮੈਂਟ ਲੈ ਕੇ ਆਏ ਨੇ। ਜਿਵੇਂ ਸਭ ਤੋਂ ਪਹਿਲੀ ਅਮੈਂਡਮੈਂਟ ਇਹ ਹੈ ਕਿ ਪੰਜਾਬ ਦੇ ਕਿਸਾਨਾਂ ਦੇ ਜਿਹੜਾ ਇਹ ਡਰ ਸੀਗਾ ਕਿ ਉਹਨਾਂ ਨੂੰ ਮਿਨੀਮਮ ਸਪੋਰਟ ਪ੍ਰਾਈਸ ਤੋਂ ਘੱਟ ਜਿਹੜੀ ਹੈ ਖਰੀਦ ਮੁੱਲ ਤੇ ਉਹਨਾਂ ਦੀ ਜਿਹੜੀ ਜਿਣਸ ਚੱਕੀ ਜਾਊਗੀ, ਚਾਹੇ ਉਹ ਝੋਨਾ ਹੈ ਚਾਹੇ ਉਹ ਪੈਡੀ ਹੈ, ਤੇ ਇਹ ਡਰ ਖਤਮ ਕੀਤਾ ਗਿਆ। ਇਹਦੇ ਵਿੱਚ ਲਿਖਿਆ ਗਿਆ ਕਿ ਮਿਨੀਮਮ ਸਪੋਰਟ ਪ੍ਰਾਈਸ ਤੋਂ ਥੱਲੇ ਇੱਕ ਵੀ ਦਾਣਾ ਨਹੀਂ ਚੱਕਿਆ ਜਾਊਗਾ ਔਰ ਅਗਰ ਕੋਈ ਟਰੇਡਰ ਜਾਂ ਅਗਰ ਕੋਈ ਵਪਾਰੀ ਪੰਜਾਬ ਦੇ ਕਿਸਾਨ ਦੇ ਇਹਨਾਂ ਜਿਣਸਾਂ ਨੂੰ, ਚਾਹੇ ਵੀਟ ਹੈ ਚਾਹੇ ਪੈਡੀ ਹੈ, ਵੀਟ ਤੇ ਪੈਡੀ ਦੋਨਾਂ 'ਤੇ ਜ਼ਿਆਦਾ ਜ਼ੋਰ ਹੈ, ਹੋਰ ਜਿਹੜੀ ਫਸਲਾਂ 'ਤੇ ਉਹਨਾਂ ਬਾਰੇ ਨਹੀਂ ਗੱਲ ਕੀਤੀ ਗਈ ਇਹਨਾਂ ਬਿੱਲਾਂ ਦੇ ਵਿੱਚ, ਉਹਨਾਂ ਬਾਰੇ ਵੀ ਗੱਲ ਕਰਨੀ ਚਾਹੀਦੀ ਸੀ। ਹਾਂ, ਵੀਟ ਤੇ ਪੈਡੀ ਦੀ ਆਪਾਂ ਜੇ ਗੱਲ ਕਰੀਏ, ਕਣਕ ਤੇ ਝੋਨੇ ਦੀ ਗੱਲ ਕਰੀਏ, ਅਗਰ ਕੋਈ ਟਰੇਡਰ ਮਿਨੀਮਮ ਸਪੋਰਟ ਪ੍ਰਾਈਸ ਜੋ ਕਿ ਸੈਂਟਰ ਐਲਾਨ ਕਰਦੀ ਹੈ ਉਸ ਤੋਂ ਥੱਲੇ ਉਹ ਚੱਕਦਾ ਜਾਂ ਕਿਸਾਨ ਨੂੰ ਕੰਪੈਲ ਕਰਦਾ ਉਹ ਜਿਣਸ ਵੇਚਣ ਲਈ, ਤਾਂ ਉਹ ਟਰੇਡਰ ਜਾਂ ਉਹ ਜਿਹੜਾ ਕੰਪਨੀ ਹੈ ਉਹਦੇ ਉੱਪਰ ਜੁਰਮਾਨਾ ਲੱਗੂਗਾ, ਪਲੱਸ ਉਹਨੂੰ ਘੱਟੋ ਘੱਟ 3 ਸਾਲ ਦੀ ਉਸ ਟਰੇਡਰ ਨੂੰ ਕੈਦ ਹੋਊਗੀ। ਤਾਂ ਇਹ ਬੜਾ ਸਖਤ ਪ੍ਰੋਵੀਜ਼ਨ ਪੰਜਾਬ ਸਰਕਾਰ ਨੇ ਇਹ ਪਾਇਆ ਹੈ। ਉਸ ਤੋਂ ਬਾਅਦ ਇਹ ਹੈ ਕਿ ਉੱਪਰਲੇ ਜਿਹੜਾ ਸੈਂਟਰ ਵਾਲਾ ਬਿੱਲ ਸੀਗਾ ਫਾਰਮ ਪ੍ਰੋਡਿਊਸ ਬਿੱਲ ਜੋ ਕਿ ਹੁਣ ਐਕਟ ਬਣ ਗਿਆ, ਉਹਦੇ ਵਿੱਚ ਕਿਹਾ ਗਿਆ ਸੀਗਾ ਅਗਰ ਟਰੇਡਰ ਤੇ ਫਾਰਮਰ ਦੇ ਵਿੱਚ ਪੈਸੇ ਨੂੰ ਲੈਣ ਦੇਣ ਦੇ ਵਿੱਚ ਕੋਈ ਦਿੱਕਤ ਆਉਂਦੀ ਹੈ ਜਾਂ ਕੋਈ ਡਿਸਪਿਊਟ ਪੈਦਾ ਹੁੰਦਾ ਹੈ, ਉਹ ਡਿਸਪਿਊਟ SDM ਦੀ ਕੋਰਟ ਕੋਲ ਜਾਊਗਾ। ਸਿਵਲ ਕੋਰਟ ਦੀ ਕੋਈ ਜੁਰਿਸਡਿਕਸ਼ਨ ਨਹੀਂ ਹੈ। SDM ਦੀ ਕੋਰਟ ਨੇ ਜੇ ਕੋਈ ਆਦੇਸ਼ ਦੇਤਾ ਤਾਂ ਉਹਦੀ ਅਪੀਲ ਕਿਸਾਨ ਜਾਂ ਟਰੇਡਰ DC ਕੋਲ ਪਾਊਗਾ। ਤਾਂ ਸਿਵਲ ਜਾਂ ਦੀਵਾਨੀ ਕੋਰਟਾਂ ਦਾ ਕੋਈ ਇਹਦੇ ਵਿੱਚ ਲੈਣਾ ਦੇਣਾ ਨਹੀਂ। ਉਹ ਬਹਾਲ ਕਰਤਾ, ਹੁਣ ਉਹ ਸਿਸਟਮ ਹੁਣ ਬਹਾਲ ਕਰਤਾ ਪੰਜਾਬ ਨੇ ਇਸ ਸੋਧ ਬਿੱਲ ਵਿੱਚ ਔਰ ਕਿਹਾ ਹੈ ਕਿ ਸਿਵਲ ਕੋਰਟਾਂ ਦੀ ਜਾਂ ਦੀਵਾਨੀ ਕੋਰਟਾਂ ਦੀ ਜੁਰਿਸਡਿਕਸ਼ਨ ਬਣਦੀ ਹੈ। ਜੇ ਕਿਸਾਨ ਦਾ ਰੌਲਾ ਪੈਂਦਾ ਕੱਲ੍ਹ ਨੂੰ ਕਿਸੇ ਟਰੇਡਰ ਨਾਲ ਜਾਂ ਕਿਸੇ ਵਪਾਰੀ ਨਾਲ ਪੈਸੇ ਦੇ ਲੈਣ ਦੇਣ ਦੇ ਵਿੱਚ, ਉਹ ਦੀਵਾਨੀ ਅਦਾਲਤ ਵਿੱਚ ਵੀ ਆਪਣੀ ਪਹੁੰਚ ਕਰ ਸਕਦਾ ਹੈ। ਦੀਵਾਨੀ ਅਦਾਲਤ ਦੀ ਜੁਰਿਸਡਿਕਸ਼ਨ ਬਣਦੀ ਹੈ, ਨਾਲ SDM ਦੀ ਵੀ ਬਣਦੀ ਹੈ, ਲੇਕਿਨ ਦੀਵਾਨੀ ਅਦਾਲਤ ਅਗਰ ਉਹਦੇ ਕੋਲ ਚੋਇਸ ਹੈ ਕਿਸਾਨ ਕੋਲ, SDM ਕੋਲ ਵੀ ਜਾ ਸਕਦਾ ਹੈ, ਦੀਵਾਨੀ ਅਦਾਲਤ ਵਿੱਚ ਵੀ ਇਹ ਮੁਕੱਦਮਾ ਚੱਲੂਗਾ। ਦੀਵਾਨੀ ਅਦਾਲਤਾਂ ਦੀ ਜੁਰਿਸਡਿਕਸ਼ਨ ਬਣਦੀ ਹੈ। ਸੈਂਟਰ ਦੇ ਐਕਟ ਨੇ ਉਹ ਜੁਰਿਸਡਿਕਸ਼ਨ ਖੋਲ੍ਹੀ ਸੀ, ਲੇਕਿਨ ਪੰਜਾਬ ਨੇ ਸੋਧ ਕਰਕੇ ਦੀਵਾਨੀ ਅਦਾਲਤਾਂ ਨੂੰ ਵੀ ਇਹ ਜੁਰਿਸਡਿਕਸ਼ਨ ਦੇਤੀ ਹੈ। ਹੁਣ ਗੱਲ ਇਹ ਹੈ ਕਿ ਮੇਰਾ ਮੰਨਣਾ ਇਹ ਹੈ ਕਿ ਸਿਰਫ ਕਣਕ ਤੇ ਪੈਡੀ ਹੀ ਕਿਉਂ, ਜੇ ਸੋਧ ਬਿੱਲ ਲੈ ਕੇ ਆਏ ਆ ਉਹਦੇ ਵਿੱਚ ਹੋਰਾਂ ਜਿਹੜੀ ਜਿਣਸਾਂ ਨੇ ਉਹਨਾਂ ਦੀ ਗੱਲ ਕਿਉਂ ਨਹੀਂ ਕੀਤੀ ਗਈ। ਜਿਵੇਂ ਇੱਕ ਕਪਾਹ ਹੈ, ਨਰਮਾ ਹੈ, ਹੁਣ ਬਠਿੰਡਾ ਪੱਟੀ ਦੀ ਗੱਲ ਆਪਾਂ ਗੱਲ ਕਰੀਏ, ਬਠਿੰਡੇ ਦੇ ਨੇੜੇ ਸਾਰੀ ਕਪਾਹ ਨਰਮਾ ਜ਼ਿਆਦਾ ਬੀਜਿਆ ਜਾਂਦਾ, ਬਾਜਰਾ ਹੋ ਗਿਆ, ਈਵਨ ਪਲਸਿਸ ਹੋ ਗਏ, ਈਵਨ ਦੁੱਧ ਵੀ ਆ ਗਿਆ। ਤਾਂ ਇਹਨਾਂ ਨੂੰ ਵੀ ਇਸ ਸੋਧ ਬਿੱਲ ਦੇ ਘੇਰੇ ਵਿੱਚ ਲਿਆਉਣਾ ਚਾਹੀਦਾ ਸੀਗਾ
और इन्हां लई भी मिनिमम सपोर्ट प्राइस घट्टो घट्ट जिहड़ी है देनी चाहिए सी। हुण गल ये है कि मिनिमम सपोर्ट प्राइस कौन अनाउंस करता है? मिनिमम सपोर्ट प्राइस सेंटर अनाउंस करती है, ठीक है, सेंटर सरकार अनाउंस करती है। हुण भावें मोदी जी ने पिछे जे कहा है, 2-3 बारी कहा है, ईवन ट्विटर पर भी लिखा है कि असी मिनिमम सपोर्ट प्राइस खत्म नहीं कर रहे, क्योंकि पंजाब के किसानों ने बहुत बड़ा अंदोलन छेड़िया होया है। उस अंदोलन का जिहड़ा है, उस अंदोलन का इफैक्ट ये सी कि प्रधानमंत्री मोदी जी ने यह बयान दिता कि मिनिमम रोज़ सपोर्ट प्राइस नाल असीं छेड़छाड़ नहीं कर रहे, वो उवें दी उवें मिलती रहूगी और ये कोई छेड़छाड़ नहीं की जाऊगी। लेकिन पंजाब के किसानों का यह है कि वो कहते तुसीं लिखती रूप में कानून के विच एक लाइन ही पा दो कि मिनिमम सपोर्ट प्राइस दी जाऊगी। तुसीं कानून में क्यों नहीं लिखिया? जवानी ओरल जिहड़ी है अश्योरेंस देनी अलग चीज़ है, कानून बना देना अलग चीज़ है। समझ आ रही कि नारी? तो कानून विच ही क्यों नहीं लिख देंगे कि मिनिमम सपोर्ट प्राइस की गारंटी दे रहे हैं, जां नवां कानून लियाओ। फिर तो किसान का इन्ना रौला क्यों है? किसानों ने क्यों अंदोलन किया? मेन किसानों का यही है कि मिनिमम सपोर्ट प्राइस सानू साडी जिहड़ी है साडा हक बनता है, साडा बुनियादी हक है और सानू मिनिमम सपोर्ट प्राइस मिलनी चाहिए है। सेंटर ने एक गारंटी नहीं दी, ना ही किसी इन्हां तिन्हां कानूनों में किते लिखा है कि मिनिमम सपोर्ट प्राइस की गारंटी है। हाँ, अश्योरेंस जरूर दी गई है। हुण अश्योरेंस का गल ये है, फर्ज करो कल नूं सेंटर सरकार मिनिमम सपोर्ट प्राइस से पंजाब के किसानों की, हरियाणा के किसानों की पूरी फसल नहीं चकती। हुण सेंटर सरकार का तो पहले ही कहना है कि पहले ही स्टॉक भरे पे FCI के गोडाउनों में तो कणक सड़ी जाती है, पहले ही ओवर भंडारण होया पिया, सरकार को बहुत स्टॉक होया पिया, तो पहले ही सरकारी खजाने ते बोझ मन रहे हैं वो मिनिमम सपोर्ट प्राइस। तो इन केस फ्यूचर में अगर वो मिनिमम सपोर्ट प्राइस से चाहे जिन्हें मर्जी इंश्योरेंस दी जा रही है सेंटर सरकार को, जे वो मिनिमम सपोर्ट प्राइस से कणक या झोना पंजाब के किसानों का नहीं चकती सेंटर सरकार, तो फिर की पंजाब सरकार गारंटी देंदी है पंजाब के किसानों को कि असीं चकांगे? ये गारंटी पंजाब सरकार ने इन्हां सोध बिलों में नहीं दी। मैं दुआरे कहना, इन्हां शोध बिल में किते भी नहीं लिखा होया कि पंजाब सरकार मिनिमम सपोर्ट प्राइस से किसानों की जिहड़ी जिणस है, चाहे पैडी है चाहे वीट है, वो चकूगी। तो ये जिहड़ी गारंटी पंजाब सरकार क्यों नहीं दे रही? ना सेंटर सरकार गारंटी दे रही है, ना पंजाब सरकार गारंटी दे रही है। क्यों? खजाना खाली है, खजाना खाली है। वही ऑफ रिपीटेड स्टेटमेंट है कि खजाना खाली। पंजाब सरकार का खजाना खाली क्यों रहिंदा है? मैनूं तो एक गल ये नहीं समझ आउंदी। खजाना भरन के तरीके बहुत ने, तुसीं लैंड माफिया बंद कर दो, तुसीं सैंड माफिया बंद कर दो, होर बहुत तरीके ने, टैक्स लाओ। किसान तो कहते हैं मार्केट फीस देने को असीं तैयार हाँ। APMC मंडी जो पंजाब चल रही है उत्थे मार्केट फीस चलती है, रूरल डेवलपमेंट फीस है 3% मार्केट फीस है APMC मंडी में, 3% ही रूरल डेवलपमेंट फीस है, 2.5% आड़ती की आपकी फीस है, 8.5% फीस जी APMC ट्रेडर या किसान भर रहा है और वह 3500 करोड़ रुपया पंजाब के खजाने जाता है। वो 3500 करोड़ रुपया पंजाब के खजाने जा रहा है। तो होर भी बहुत तरीके ने, पंजाब को बहुत रिसोर्सिस ने। सरकार को पंजाब सरकार को या कोई भी सरकार है उसको बहुत रिसोर्सिस होंगे ने, वो चाहे तो खजाना भर सकती है, लेकिन एक इच्छा शक्ति चाहिए होंगी है। चलो ये गल अलग है। गल ये है कि फॉर एग्जाम्पल सेंटर सरकार ने सारी फसल नहीं चक्की या मिनिमम सपोर्ट प्राइस से फसल नहीं चक्की, क्योंकि हुण तो लॉ भी बन गया है, सेंटर सरकार ने लॉ भी बना लिया, कोई गारंटी भी नहीं है कि मिनिमम सपोर्ट प्राइस मिलूगी। हाँ, अश्योरेंस जरूर है। गल ये है कि जे पंजाब सरकार ये गारंटी दे देंदी है तो ये पंजाब के किसानों का भला ही भला है, कोई नुकसान नहीं है। हुण गल ये है कि फर्ज करो ये है पंजाब सरकार ने इन्हां बिलों में कहा है, इस शोध बिल में कहा कि जे किसी ट्रेडर ने, पंजाब सरकार ने आपदे वालों कहता कि जे किसी ट्रेडर ने या किसी बायर ने किसान की जिणस नूं मिनिमम सपोर्ट प्राइस जो कि सेंटर अनाउंस करती है, सेंटर ने जी अनाउंस की है उस तो थले चकूगा या किसान ते प्रैशर पाऊगा, घट कीमत दूगा मिनिमम सपोर्ट प्राइस तो, उन्होंने 3 साल की सज़ा है। जे इन केस ये कानून हुण बनता है, प्रेजिडेंट की सेंट मिलती है, बाहरला ट्रेडर पंजाब में क्यों आऊगा? वो पंजाब में खरीदण क्यों? उन्होंने पता है, उन्होंने इस गलों डर है कि जे मैं घट खरीदी मिनिमम सपोर्ट प्राइस तो मैनू अंदर कर देंगे, मैनू सज़ा हो जू। जे बाहरला ट्रेडर पंजाब में नहीं आता, उधरों सेंटर की सरकार ने मिनिमम सपोर्ट प्राइस चक्कण तो ना करती, तो फिर की पंजाब की जिणस, पंजाब के किसानों की जी जिणस है पंजाब सरकार चक्कूगी? ये पंजाब सरकार गारंटी देंदी है ना? शोध बिलों में नहीं दी। पंजाब सरकार ने शोध बिलों में ये गारंटी नहीं दी। जो चीफ मिनिस्टर साहब को पूछा गया वो कहते ये हो नहीं सकता, क्योंकि
ਓਬਵੀਅਸਲੀ ਇੱਕੋ ਹੀ ਰੀਜ਼ਨ ਹੈ ਕਿਉਂਕਿ ਪੰਜਾਬ ਦਾ ਖਜ਼ਾਨਾ ਮੇਨ ਇਹ ਗੱਲ ਹੀ ਹੈ ਕਿ ਪੰਜਾਬ ਦੀ ਆਰਥਿਕਤਾ ਜਾਂ ਖਜ਼ਾਨੇ ਵਿੱਚ ਇੰਨਾ ਪੈਸਾ ਨਹੀਂ ਹੈ ਕਿ ਉਹ ਐਡਾ ਵੱਡਾ ਫੈਸਲਾ ਪੰਜਾਬ ਸਰਕਾਰ ਲੈ ਸਕੇ। ਪੰਜਾਬ ਸਰਕਾਰ ਦੀ ਕਹਿੰਦੇ ਆ ਵੀ ਇਹ ਮਜਬੂਰੀ ਹੈ ਕਿ ਉਹ ਸਾਰਿਆਂ ਨੂੰ ਮਿਨੀਮਮ ਸਪੋਰਟ ਪ੍ਰਾਈਸ ਤੇ ਪੰਜਾਬ ਸਰਕਾਰ ਇਹ ਖਰੀਦ ਨਹੀਂ ਸਕਦੀ, ਤੇ ਜੇ ਪੰਜਾਬ ਸਰਕਾਰ ਖਰੀਦ ਵੀ ਲੈਂਦੀ ਆ ਸਾਰੀ ਫਸਲ ਤਾਂ ਉਹ ਵੇਚੂਗੀ ਕਿੱਥੇ, ਇਹ ਜਿਹੜਾ ਹੈ ਪੰਜਾਬ ਸਰਕਾਰ ਦਾ ਕਹਿਣਾ। ਚਲੋ ਲੇਕਿਨ ਮੈਂ ਤੁਹਾਨੂੰ ਜਿਵੇਂ ਪਹਿਲਾਂ ਗੱਲ ਕਹੀ ਹੈ ਕਿ ਜਿਹੜੀ ਖਜ਼ਾਨੇ ਖਾਲੀ ਵਾਲੀ ਦਲੀਲ ਹੈ ਇਹ ज़्यादा टाइम नहीं चलनी, कोई ना कोई हल तो कढ़ना पैना। ਇਹਦਾ ਕੀ हल हो सकता खजाने खाली का, ਇਹਨੂੰ ਕਿਵੇਂ ਭਰਿਆ ਜਾਊਗਾ ਤੁਸੀਂ ਕਮੈਂਟ ਕਰਕੇ ਮੈਨੂੰ ਜ਼ਰੂਰ ਲਿਖੋ। ਆਪਾਂ ਅੱਗੇ ਚੱਲਦੇ ਹਾਂ। ਮਿਨੀਮਮ ਸਪੋਰਟ ਪ੍ਰਾਈਸ ਤੋਂ ਇਲਾਵਾ ਹੋਰ ਕਿਹੜੀ ਵੱਡੀ ਚੇਂਜ ਪੰਜਾਬ ਸਰਕਾਰ ਇਹਨਾਂ ਸੋਧ ਬਿੱਲਾਂ ਵਿੱਚ ਲੈ ਕੇ ਆਈ ਹੈ, ਸਪੈਸ਼ਲੀ ਫਾਰਮਰ ਪ੍ਰੋਡਿਊਸ ਵਾਲੇ ਬਿੱਲ ਦੇ ਵਿੱਚ ਹੋਰ ਕਿਹੜੀ ਸੋਧ ਲੈ ਕੇ ਆਈ ਹੈ, ਹੋਰ ਕਿਹੜੀ ਅਮੈਂਡਮੈਂਟ ਲੈ ਕੇ ਆਈ ਹੈ। ਦੂਸਰੀ ਅਮੈਂਡਮੈਂਟ ਇਹ ਹੈ ਕਿ ਜਿਹੜੀ ਮਾਰਕੀਟ ਫੀਸ ਵਾਲੀ ਗੱਲ ਸੀਗੀ, ਜਿਹੜਾ ਸੈਂਟਰ ਦਾ ਲਾਅ ਸੀਗਾ ਉਹਦੇ ਵਿੱਚ ਕਿਹਾ ਸੀ ਕਿ APMC ਮੰਡੀਜ਼ ਤੋਂ ਬਾਅਦ ਜਿਹੜੀ ਪ੍ਰਾਈਵੇਟ ਮੰਡੀਜ਼ ਹੋਣਗੀਆਂ ਉੱਥੇ ਕੋਈ ਮਾਰਕੀਟ ਫੀਸ ਨਹੀਂ ਲੱਗੂਗੀ, ਕੋਈ ਆੜਤੀ ਦੀ ਫੀਸ ਨਹੀਂ ਲੱਗੂਗੀ, ਕੋਈ ਰੂਰਲ ਡਿਵੈਲਪਮੈਂਟ ਫੀਸ ਨਹੀਂ ਲੱਗੂਗੀ, ਜੋ ਕਿ ਪੰਜਾਬ ਦੀ APMC ਮੰਡੀਆਂ ਵਿੱਚ ਹੁਣ ਲੱਗ ਰਹੀ ਹੈ। 8.5% ਜਿਹੜਾ ਟੈਕਸ ਹੈ ਉਹ ਦੇਣਾ ਪੈਂਦਾ ਹੈ ਟਰੇਡਰ ਨੂੰ ਤੇ ਕਿਸਾਨ ਨੂੰ, ਠੀਕ ਹੈ। ਲੇਕਿਨ ਬਾਹਰ ਨਹੀਂ ਲੱਗੂਗੀ। ਲੇਕਿਨ ਪੰਜਾਬ ਦੇ ਇਸ ਸੋਧ ਬਿੱਲ ਵਿੱਚ ਕਿਹਾ ਗਿਆ ਹੈ ਕਿ ਬਾਹਰ ਵੀ ਲੱਗੂਗਾ ਟੈਕਸ ਬਾਹਰ ਵੀ ਲੱਗੂਗਾ, ਚਾਹੇ ਮੰਡੀ APMC ਮੰਡੀ ਹੈ, ਸਰਕਾਰੀ ਮੰਡੀ ਹੈ, ਚਾਹੇ ਉਸ ਤੋਂ ਬਾਹਰ ਮੰਡੀ ਹੈ ਜਾਂ ਬਾਹਰ ਕੋਈ ਖਰੀਦ ਕਰਦੇ, ਬਾਹਰ ਵੀ ਟੈਕਸ ਤਾਂ ਦੇਣਾ ਹੀ ਪੈਣਾ। ਜਿਹੜਾ ਵੀ ਟਰੇਡਰ ਹੈ ਉਹਨੂੰ ਟੈਕਸ ਤਾਂ ਭਰਨਾ ਹੀ ਪੈਣਾ। ਪੰਜਾਬ ਦੇ ਰੂਲਸ ਐਂਡ ਰੈਗੂਲੇਸ਼ਨਸ ਬਾਹਰਲੀ ਮੰਡੀਆਂ ਤੇ ਪ੍ਰਾਈਵੇਟ ਮੰਡੀਆਂ ਤੇ ਵੀ ਲੱਗਣਗੀਆਂ। ਤਾਂ ਪੰਜਾਬ ਦੇ ਰੂਲਸ, ਪੰਜਾਬ ਦੇ ਰੈਗੂਲੇਸ਼ਨਸ ਇਕੱਲੇ APMC ਮੰਡੀ ਸਰਕਾਰੀ ਮੰਡੀਆਂ ਤੇ ਨਹੀਂ ਲੱਗਣਗੇ, ਪੰਜਾਬ ਦੇ ਕੰਟਰੋਲ 'ਚ ਪ੍ਰਾਈਵੇਟ ਮੰਡੀਆਂ ਵੀ ਹੋਣਗੀਆਂ। ਕਹਿਣ ਦਾ ਭਾਵ ਹੈ ਕੋਈ ਵੀ ਟਰੇਡਰ ਹੈ ਅਗਰ ਉਹਨੇ ਇੱਕ ਕਿਸਾਨ ਦੀ ਜਿਣਸ ਖਰੀਦਣੀ ਹੈ ਤਾਂ ਉਹਨੂੰ ਟੈਕਸ ਤਾਂ ਪੰਜਾਬ 'ਚ ਟੈਕਸ ਤਾਂ ਭਰਨਾ ਪੈਣਾ। ਤੇ ਇਹ ਜਿਹੜੀ ਮਾਰਕੀਟ ਫੀਸ ਹੈ ਜਾਂ ਜਿਹੜਾ ਟੈਕਸ ਭਰਨਾ ਪਊਗਾ ਇਹ ਪੰਜਾਬ ਦੇ ਦਰਮਿਆਨੇ ਕਿਸਾਨ ਜਿਹੜੇ ਕਿ 2.5 ਏਕੜ ਤੋਂ ਲੈ ਕੇ 5 ਏਕੜ ਤੱਕ ਦੇ ਮਾਲਕ ਨੇ ਉਹਨਾਂ ਦੇ ਭਲੇ ਵਾਸਤੇ, ਉਹਨਾਂ ਦੇ ਵੈਲਫੇਅਰ ਵਾਸਤੇ ਇਹ ਜਿਹੜਾ ਟੈਕਸ ਵਰਤਿਆ ਜਾਊਗਾ। ਇਹ ਪੰਜਾਬ ਸਰਕਾਰ ਨੇ ਇਹ ਵੀ ਸੋਧ ਕੀਤੀ ਹੈ, ਇਹ ਵੀ ਅਮੈਂਡਮੈਂਟ ਕੀਤੀ ਹੈ। ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸਾਂ ਕਿ 2016 ਜਾਂ 2017 ਦੇ ਵਿੱਚ APMC ਐਕਟ ਪੰਜਾਬ ਦਾ ਬਣਿਆ ਸੀ, ਜਿਹਦੇ ਤਹਿਤ ਹੁਣ ਪੰਜਾਬ ਦੇ ਵਿੱਚ ਥਾਂ ਤੇ ਮੰਡੀਆਂ ਦਾ ਜਾਲ ਵਿਛਿਆ ਹੋਇਆ ਹੈ। ਬਹੁਤ ਵਧੀਆ ਸਿਸਟਮ ਹੁਣ ਤੱਕ ਚੱਲ ਰਿਹਾ ਹੈ। ਤੋ ਇਸ ਸੋਧ ਬਿੱਲ ਵਿੱਚ ਇਹ ਵੀ ਕਿਹਾ ਗਿਆ ਕਿ ਉਹ ਐਕਟ ਜਿਉਂ ਦਾ ਤਿਉਂ ਰਹੂਗਾ, ਸੈਂਟਰ ਦੇ ਐਕਟਾਂ ਦਾ ਉਸ ਐਕਟ ਨਾਲ ਕੋਈ ਸੰਬੰਧ ਨਹੀਂ ਔਰ ਕੋਈ ਪ੍ਰਭਾਵ ਨਹੀਂ ਪਊਗਾ ਸੈਂਟਰ ਦੇ ਖੇਤੀ ਕਾਨੂੰਨਾਂ ਦਾ ਪੰਜਾਬ ਦੇ APMC ਐਕਟ 2016-17 ਦੇ ਉੱਪਰ। ਕਹਿਣ ਦਾ ਭਾਵ ਹੈ ਜਿਵੇਂ APMC ਮੰਡੀਆਂ ਚੱਲ ਰਹੀਆਂ ਨੇ ਉਹ ਉਵੇਂ ਹੀ ਚੱਲਣਗੀਆਂ। ਹਾਲਾਂਕਿ ਸੈਂਟਰ ਦੇ ਐਕਟਾਂ ਨੇ ਵੀ ਇਹੀ ਗੱਲ ਕਹੀ ਹੈ ਕਿ APMC ਮੰਡੀ ਜੇ ਪੰਜਾਬ, ਹਰਿਆਣਾ ਜਾਂ ਕਿਸੇ ਵੀ ਸਟੇਟ ਵਿੱਚ ਅਗਰ ਚੱਲ ਰਹੀ ਹੈ ਉਹਨਾਂ ਦੇ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ। ਲੇਕਿਨ ਉਸ ਤੋਂ ਬਾਹਰ ਜਿਹੜੀ ਪ੍ਰਾਈਵੇਟ ਮੰਡੀਆਂ ਨੇ ਉਹ ਸਟੇਟ ਸਰਕਾਰਾਂ ਦੇ ਕੰਟਰੋਲ 'ਚ ਨਹੀਂ ਹੋਣਗੀਆਂ, ਉਹ ਸਿੱਧਾ ਸੈਂਟਰ ਸਰਕਾਰ ਦੇਖੂਗੀ ਉਹਨਾਂ ਦੇ ਉੱਪਰ ਔਰ ਉਹਦੇ ਵਿੱਚ ਕੋਈ ਮਾਰਕੀਟ ਫੀਸ ਨਹੀਂ, ਕੁਛ ਨਹੀਂ ਲੱਗੂਗਾ। ਲੇਕਿਨ ਪੰਜਾਬ ਸਰਕਾਰ ਨੇ ਹੁਣ ਸੋਧ ਕਰਕੇ ਕਹਿਤਾ ਕਿ ਕਿਉਂਕਿ ਸੈਂਟਰ ਸਰਕਾਰ ਦੇ ਹੁਣ ਜਿਹੜੇ ਐਕਟ ਨੇ ਉਹ ਲਾਗੂ ਨਹੀਂ ਹੋਣਗੇ, ਉਹਨਾਂ 'ਚ ਅਸੀਂ ਸੋਧ ਕਰਤੀ ਹੈ। ਇਹਦਾ ਮਤਲਬ APMC ਮੰਡੀ ਤੇ ਤਾਂ ਸਾਡੀ ਕੰਟਰੋਲ ਹੈਗਾ ਹੀ ਹੈਗਾ ਪੰਜਾਬ ਸਰਕਾਰ ਦਾ। ਇਵਨ ਉਸ ਤੋਂ ਬਾਹਰ ਵੀ ਜੇ ਕੋਈ ਟਰੇਡਰ ਖਰੀਦ ਫਰੋਖਤ ਕਰਦਾ ਪੰਜਾਬ ਦੇ ਕਿਸਾਨ ਦੇ ਜਿਣਸ ਦੀ, ਬਾਹਰ ਦੀ ਕੋਈ ਮੰਡੀ ਹੈ, ਪ੍ਰਾਈਵੇਟ ਮੰਡੀ ਹੈ ਜਾਂ ਬਾਹਰ ਕਰ, ਉੱਥੇ ਵੀ ਪੰਜਾਬ ਸਰਕਾਰ ਦੇ ਰੂਲਸ ਐਂਡ ਰੈਗੂਲੇਸ਼ਨ ਲੱਗਣਗੇ ਔਰ ਉੱਥੇ ਮੰਡੀ ਟੈਕਸ ਦੇਣਾ ਪੈਣਾ। ਇਹ ਸੋਧ ਲੈ ਕੇ ਆਈ ਹੈ ਕਿ ਪੰਜਾਬ ਸਰਕਾਰ ਦੇ ਅੰਡਰ ਜਿੰਨੇ ਵੀ ਐਗਰੀਕਲਚਰਲ ਡੀਲਿੰਗ ਹੁੰਦੀ ਹੈ, ਐਗਰੀਕਲਚਰਲ ਮਾਰਕੀਟਸ ਹੈ, ਚਾਹੇ ਸਰਕਾਰੀ ਮਾਰਕੀਟਸ ਹੈ ਜਾਂ ਪ੍ਰਾਈਵੇਟ ਹੈ, ਉਹ ਪੰਜਾਬ ਸਰਕਾਰ ਦੀ ਦੇਖ ਰੇਖ ਦੇ ਅੰਦਰ ਹੀ ਰਹੂ ਔਰ ਪੰਜਾਬ ਸਰਕਾਰ ਦੇ ਰੂਲਸ ਐਂਡ ਰੈਗੂਲੇਸ਼ਨਸ ਲੱਗਣਗੇ, ਟੈਕਸ ਭਰਨਾ ਪੈਣਾ ਔਰ ਮਿਨੀਮਮ ਸਪੋਰਟ ਪ੍ਰਾਈਸ ਤੋਂ ਥੱਲੇ ਇੱਕ ਦਾਣਾ ਵੀ ਨਹੀਂ ਖਰੀਦਿਆ ਜਾ ਸਕਦਾ। ਮਿਨੀਮਮ ਸਪੋਰਟ ਪ੍ਰਾਈਸ ਦੇ ਬਰਾਬਰ ਜਾਂ ਉਸ ਤੋਂ ਵੱਧ ਤੁਸੀਂ ਖਰੀਦ ਕਰ ਸਕਦੇ ਹੋ। ਅਗਰ ਜੇ ਤੁਸੀਂ ਐਂ ਨਹੀਂ ਕਰਦੇ ਤਾਂ 3 ਸਾਲ ਦੀ ਸਜ਼ਾ ਉਸ ਟਰੇਡਰ ਨੂੰ ਹੋਵੇਗੀ। ਇਹ ਹੈ। ਤਾਂ ਇਸ ਤੋਂ ਬਾਅਦ ਹੈ ਜੀ ਇੱਕ ਹੋਰ ਇਹਦੇ ਵਿੱਚ ਸੋਧ ਕੀਤੀ ਗਈ ਹੈ ਕਿ ਲਾਇਸੈਂਸ ਹੋਲਡਰ ਨੂੰ ਹੀ ਖਰੀਦ ਕਰਨ ਦਾ ਹੁਕਮ ਹੈ। ਕਹਿਣ ਦਾ ਭਾਵ ਇਹ ਹੈ ਹੁਣ ਤੱਕ ਪੰਜਾਬ 'ਚ ਇਹੀ ਚੱਲ ਰਿਹਾ ਕਿ ਜਿਹੜੇ ਵੀ ਟਰੇਡਰ ਨੇ ਜਾਂ ਜਿਹੜੇ ਵੀ ਖਰੀਦਦਾਰ ਨੇ ਕਿਸਾਨ ਦੀ ਜਿਣਸ ਦੇ, ਚਾਹੇ ਉਹ ਕਣਕ ਹੈ, ਝੋਨਾ, ਉਹਨੂੰ ਪੰਜਾਬ ਸਰਕਾਰ ਇੱਕ ਲਾਇਸੈਂਸ ਇਸ਼ੂ ਕਰਦੀ ਹੈ। ਉਹ ਲਾਇਸੈਂਸ ਦੇ ਸਹਾਰੇ ਹੀ ਉਹ ਇਹ ਸਾਰੇ ਕੰਮਾਂ ਵਿੱਚ ਪੈਂਦਾ ਹੈ, ਖਰੀਦ ਫਰੋਖਤ ਦੇ ਕੰਮ 'ਚ ਪੈਂਦਾ ਹੈ, ਚਾਹੇ ਉਹ ਆੜ੍ਹਤੀ ਹੈ, ਚਾਹੇ ਕੋਈ ਵੀ ਟਰੇਡਰ ਹੈ, ਉਹਨੂੰ ਲਾਇਸੈਂਸ ਇਸ਼ੂ ਪੰਜਾਬ ਸਰਕਾਰ ਕਰੂ। ਲੇਕਿਨ ਸੈਂਟਰ ਦਾ ਜਿਹੜਾ ਇਹ ਐਕਟ ਸੀਗਾ ਹੁਣੀ ਸੈਂਟਰ ਸਰਕਾਰ ਨੇ, ਜਿਹੜਾ ਸੈਂਟਰ ਨੇ ਪਾਰਲੀਮੈਂਟ ਨੇ ਐਕਟ ਬਣਾਇਆ ਫਾਰਮਰ ਪ੍ਰੋਡਿਊਸ ਵਾਲਾ, ਉਹਦੇ ਵਿੱਚ ਕਿਹਾ ਗਿਆ ਸੀ ਕਿ ਜਿਹੜੀ ਪ੍ਰਾਈਵੇਟ ਮੰਡੀਆਂ ਹੋਣਗੀਆਂ APMC ਮੰਡੀਆਂ ਤੋਂ ਬਾਹਰ, ਉਹਦੇ ਵਿੱਚ ਕੋਈ ਵੀ ਪੈਨ ਕਾਰਡ ਹੋਲਡਰ ਇਹ ਖਰੀਦ ਫਰੋਖਤ ਕਰ ਸਕਦਾ ਹੈ। ਉਹਨੂੰ ਲਾਇਸੈਂਸ ਲੈਣ ਦੀ ਕੋਈ ਲੋੜ ਨਹੀਂ ਉਸ ਸਟੇਟ ਸਰਕਾਰ ਤੋਂ, ਸਿਰਫ ਪੈਨ ਕਾਰਡ ਹੋਣਾ ਚਾਹੀਦਾ ਉਹਦੇ ਕੋਲ। ਉਹ ਤਾਂ ਅੱਜ ਕੱਲ੍ਹ ਸਾਰਿਆਂ ਕੋਲ ਹੁੰਦਾ, ਤੇ ਜਿਹਦੇ ਕੋਲ ਪੈਨ ਕਾਰਡ ਹੈਗਾ ਉਹ ਖਰੀਦੋ ਫਰੋਖਤ ਕਰ ਸਕਦਾ।
लेकिन पंजाब ने ये अमेंडमेंट करती है कि कल्ले पैन कार्ड नाल गल नहीं बननी, उन्होंने बकायदा पंजाब सरकार तो लाइसेंस लेना पऊगा। तो वही सिस्टम पहला वाला जो सीगा वो दुआरे फिर लियाउण दी कोशिश की है। पंजाब ने इन्हां सोध बिल दे विच स्पैशली फार्मर प्रोड्यूस वाले एक्ट दे विच जिहड़ी सोध की है, ठीक है। तो उस तो बाद एक होर ये सोध की है फार्मर प्रोड्यूस वाले एक्ट विच कि कोई जुर्माना या सज़ा नहीं होगी उस बंदे नूं या उस फार्मर नूं, पंजाब दे स्पैशली किसान नूं जां ट्रेडर नूं, ईवन जे उसने सेंटर के तिने एक्ट जिहड़े पास होया हुणी उन्हां दे किसी प्रोविजन की उलंघना की है। तो ये बहुत वड्डी सोध की है कि जे किसी किसान या ट्रेडर ने सेंटर के बने किसी भी जिहड़े हुण फार्म एक्ट बने ने, किसान खेती एक्ट बने ने, इन्हां दी किसी प्रोविजन की अगर उलंघना की है पंजाब के किसान ने तां उहनूं कोई सज़ा नहीं होगी। ये बहुत वड्डी सोध है। इस डायरैक्ट एक तरह का सेंटर के एक्टां दे उल्ट गल की गई है। उस ये तो उसी फार्मर प्रोड्यूस वाला जिहड़ा एक्ट सीगा। दूसरा एक्ट है एसेंशियल कमोडिटीज़ स्पैशल प्रोविजनस अमेंडमेंट बिल 2020। ਇਹਦੇ ਵਿੱਚ ਵੀ ਅਮੈਂਡਮੈਂਟ ਕੀਤੀ ਗਈ ਹੈ। ਅਸਲ 'ਚ ਇਹ ਪਹਿਲਾਂ ਸੀਗਾ 1955 'ਚ, ਅਸਲ ਜਿਹੜਾ ਸੀਗਾ ਉਹਦਾ ਨਾਮ ਸੀਗਾ ਐਸੈਂਸ਼ੀਅਲ ਕਮੋਡਿਟੀਜ਼ ਬਿੱਲ ਐਕਟ, ਐਸੈਂਸ਼ੀਅਲ ਕਮੋਡਿਟੀਜ਼ ਐਕਟ 1955, 1955 ਦੀ ਗੱਲ ਹੈ। ਉਹਨਾਂ ਸਮਿਆਂ ਵਿੱਚ ਕਾਲ ਪੈ ਗਏ ਸੀ, ਬਹੁਤ ਫੈਮਾਈਨ ਸੀ, ਬਹੁਤ ਗਰੀਬੀ ਸੀ, ਭੁੱਖਮਰੀ ਸੀ। ਤੇ ਜਿਹੜੇ ਇਹ ਕਾਲਾ ਬਾਜ਼ਾਰੀ ਸੀਗੇ, ਵੱਡੇ ਵੱਡੇ ਜਿਹੜੇ ਸਟਾਕ ਹੋਲਡਰ ਸੀ, ਉਹ ਸਟਾਕ ਕਰ ਲੈਂਦੇ ਸੀਗੇ, ਉਹ ਕਾਲਾ ਬਾਜ਼ਾਰੀ ਕਰ ਲੈਂਦੇ ਸੀ, ਉਹ ਭੰਡਾਰਨ ਕਰ ਲੈਂਦੇ ਸੀ ਲੋਕਾਂ ਨੂੰ, ਫਿਰ ਉਹ ਮਹਿੰਗੀਆਂ ਵੇਚਦੇ ਸੀ। तो जो फामाइन हो, जो वार छिड़दा या लड़ाई छिड़दी या नैचुरल कैलैमिटी होंदी, उदों फिर लोगों को बड़ी दिक्कत होंदी सी, उन्होंने खाण पीण दी चीज़ां ये मिलदियां नहीं सी और बड़ियां महंगियां मिलदी सी। तो सरकार ने पार्लीमेंट ये एक्ट बनाया जिहदे विच कहा गया कि चाहे फूड स्टफ्स है, चाहे कणक है, झोना है, दालां ने, खंड है, तेल है, ये जिहड़े फूड स्टफ ये एसेंशियल कमोडिटीज़ ने, ये जरूरी वस्तुआं ने। इन्हां बिना सरदा नहीं, इन्हां दा भंडारण तुसीं स्टॉक नहीं कर सकते, कट्ठा नहीं कर सकते, कट्ठे अपने गोदामां विच या सीलोज विच कट्ठे नहीं कर सकते, क्योंकि उहदे नाल की है फिर आम जनता नूं ये चीज़ पहुँचती नहीं और महंगी विकदी है। तो ये वर्जित किया गया। हाँ, उहदे विच ये सीगा कि ये उस समय की लोड़ सी, लेकिन हुण अपनी सेंटर सरकार मोदी सरकार कहती कि हुण इस चीज़ की लोड़ नहीं, हुण कोई काल वर्गी गल नहीं है, कोई फैमाइन नहीं पैंदा, हुण तां सरप्लस है। हुण मेन गल ये है कि सेंटर सरकार ने एक्ट क्यों बनाए, MSP सेंटर सरकार MSP देने तो सेंटर सरकार क्यों भजदी है। सेंटर सरकार का मेन यही है, वो कहते भी पहले ही सरप्लस होया पिया, पंजाब ते हरियाणा ने बहुत सरप्लस जी है ये जी है अपनी उपज दी है। साढ़े FCI के स्टॉक भरे पे ने, अनाज सड़ी जाता है, इसलिए सानू हुण कोई इन्नी लोड़ नहीं है, इसलिए असी ये एक्ट पास किए है। लेकिन इन्हां किसानां, पंजाब के किसानां का की कसूर है। ग्रीन रेवोल्यूशन पंजाब के किसान ने हੱਡ ਤੋੜਵੀਂ मेहनत की, ठीक है, हੱਡ ਤੋੜਵੀਂ मेहनत करने तो बाद पंजाब के किसानों ने देश के लोगों का ढिड भरिया। हुण पंजाब के किसानों का की कसूर है जे भंडारण जे इन्ना ज़्यादा साड़ी प्रोड्यूस होंदी है पंजाब की, वो वास्ते तुसीं गोडाउन बनाओ, FCI के गोडाउन बढ़ाओ, उसनूं स्टोर करने के तरीके होर रिसोर्सिस लैके आओ। ਇਹਦਾ मतलब ये थोड़ी है कि तुसीं साडे जिहड़ा सिस्टम है APMC मंडीज़ वो सब तुसीं खत्म ही कर दो, ठीक है ना। चलो वो मैं पिछली वीडियो भी सारा दस चुकिया। इत्थे मैं ये एसेंशियल कमोडिटीज़ जी अमेंडमेंट की है सेंटर सरकार ने, वो मेन यही सीगा कि हुण तुसीं स्टॉक कर सकते हो, क्योंकि पहले वाली गल रही नहीं, हुण कोई वार नहीं हो रहा किसी नाल, किसी कंट्री नाल कोई फैमाइन वाली गल नहीं, कोई कैलैमिटी नहीं है, इसलिए हुण तुसीं स्टॉक कर, चाहे गंढे है, चाहे खंड है, चाहे कणक है, चाहे झोना है, दालां ने, जिहड़ी एसेंशियल कमोडिटीज़ नहीं है। पहली गल तो ये एसेंशियल कमोडिटीज़ रही ही नहीं हैगियां, एसेंशियल कमोडिटीज़ तो बाहर कढ़ता सोध करके सेंटर का जिहड़ा सोध बिल आया एसेंशियल कमोडिटीज़। बाकी तुसीं हुण भंडारण कर सकते हो, स्टॉक कर सकते हो, बड़े बड़े अपने गोडाउन बना सकते हो, खुल देती ट्रेडर्स नूं, ठीक है। लेकिन जे 100% राइज हो जाता है उन्हां जिहड़ी एसेंशियल कमोडिटीज़ ने, जिन्हां जे उन्हां दी जिहड़ी प्राइस है 100% वध जाती है, जां कल नूं कोई वार छिड़ जाता है, जां कोई फैमाइन आ जाता है, ਜਾਂ ਕਲੈਮਿਟੀ ਨੈਚੁਰਲ ਕਲੈਮਿਟੀ ਆ ਜਾਂਦੀ, ਫਿਰ ਅਸੀਂ ਜਿਹੜੀ ਹੈ ਰੈਗੂਲੇਸ਼ਨ ਜ਼ਰੂਰ ਕਰਾਂਗੇ, ਫਿਰ ਅਸੀਂ ਦੇਖਾਂਗੇ ਕਿ ਉਹ ਭੰਡਾਰਨ ਨਾ ਹੋਵੇ, ਨਹੀਂ ਤਾਂ ਨਾਰਮਲ ਟਾਈਮ ਵਿੱਚ ਤੁਸੀਂ ਭੰਡਾਰਨ ਕਰ ਸਕਦੇ ਹੋ। ਇਸ ਨੂੰ ਵੀ ਪੰਜਾਬ ਦੇ ਸੋਧ ਬਿੱਲ ਨੇ ਹੁਣ ਖਤਮ ਕਰਤਾ ਔਰ ਸੋਧ ਕਰਤੀ ਹੈ ਕਿ ਇਹ ਜਿਹੜਾ ਤੁਸੀਂ ਭੰਡਾਰਨ ਜੇ ਕਰਨਾ ਹੈ ਉਹਦੇ ਵਿੱਚ ਪੰਜਾਬ ਦੇ ਰੂਲਸ ਐਂਡ ਰੈਗੂਲੇਸ਼ਨਸ ਲੱਗਣਗੇ। ਪੰਜਾਬ ਸਰਕਾਰ ਨਿਗਾਹ ਰੱਖੂਗੀ, ਪੰਜਾਬ ਸਰਕਾਰ ਦੇਖੂਗੀ ਕਿ ਕੋਈ ਜ਼ਿਆਦਾ ਭੰਡਾਰਨ ਤਾਂ ਨਹੀਂ ਕਰ ਰਿਹਾ, कोई ज़्यादा काला बाजारी तो नहीं कर रहा, कोई ज़्यादा होर्डिंग तो नहीं कर रहा। होर्डिंग होंदी है भंडारण करना, तो भंडारण ओवर नहीं कर सकते, एक लिमिटेड रूप में तुसीं भंडारण कर सकते हो इन्हां चीज़ों का, और पंजाब सरकार दा पूरी इन्हां दे निगाह रहूगी। तो ये सोध की गई एसेंशियल कमोडिटीज़ बिल जो सेंटर ने पास किया, उहदे विच ये आपां सोध की है।
उस तो बाद है जो तीजा बिल है वो है फार्मर्स इंपावरमेंट एंड प्रोटैक्शन अग्रीमेंट ऑन प्राइस अश्योरेंस स्पैशल प्रोविजनस एंड पंजाब अमेंडमेंट एक्ट 2020। तो ये जो सेंटर का जो मेन एक्ट से फार्मर्स इंपावरमेंट एंड प्रोटैक्शन अग्रीमेंट ऑन प्राइस अश्योरेंस एक्ट 2020 वो पंजाब ने अपन प्रोविजन ऐड की ने। वो जो एक्ट से सेंटर का वो कहता सी कि एक फार्मर या किसान एक ट्रेडर नाल एक समझौता कर सकता है फसल बीजण तो पहले ही, मतलब बी लाने तो पहले ही वो समझौता कर सकते। कंट्रैक्ट इनू कंट्रैक्ट फार्मिंग कहते हैं, कंट्रैक्ट फार्मिंग इनू पंजाबी च इकरार खेती भी कह दें। तो इकरार करूँगा कि हाँ जी आ करके असी फसल बीजनी है, ट्रेडर दसूगा तुसीं किहड़ी फसल बीजनी है, ठीक है। वड्डी वड्डी कंपनियां दसणगे किहड़ी फसल बीजनी है, वो फसल बीजू उस तो फसल बीजण तो पहले ही कंट्रैक्ट हो जू भी इन्ने भाव ते असीं खरीदांगे। वो तो हुण तुसीं मुकर नहीं सकते, ट्रेडर मुकर नहीं सकदा, ठीक है। ਉਹਦੇ ਵਿੱਚ ਇਹ ਜਿਹੜਾ ਹੈ ਹੁਣ ਆਪਣੇ ਪੰਜਾਬ ਦੀ ਸੋਧ ਬਿੱਲ ਵਿੱਚ ਇਹ ਕਿਹਾ ਗਿਆ ਕਿ ਤੁਸੀਂ ਕੰਟਰੈਕਟ ਕਰ ਸਕਦੇ ਹੋ, ਪਹਿਲਾਂ ਕਰ ਸਕਦੇ ਹੋ ਪੰਜਾਬ ਦੇ ਕਿਸਾਨ ਨਾਲ। ਅਗਰ ਕੋਈ ਟ੍ਰੇਡਰ ਕੰਟੈਕਟ ਕਰਦਾ ਹੈ ਜੀ ਆਇਆਂ ਨੂੰ, ਤੁਸੀਂ ਕੰਟਰੈਕਟ ਕਰ ਸਕਦੇ ਹੋ, ਇਕਰਾਰ ਕਰ ਸਕਦੇ ਹੋ। ਲੇਕਿਨ ਇਹ ਐਡ ਕਰਤਾ ਕਿ ਈਵਨ ਆਊਟਸਾਈਡ मतलब ਗੱਲ ਇਹ ਐਡ ਕਰਦੀ ਕਿ ਕੰਟਰੈਕਟ ਦੇ ਵਿੱਚ ਇਹ ਲਾਈਨ ਲਿਖਣੀ ਪੈਣੀ ਹੈ। ਕੰਟਰੈਕਟ ਦੇ ਵਿੱਚ ਇਹ ਜ਼ਰੂਰੀ ਹੈ ਕਿ ਮਿਨੀਮਮ ਸਪੋਰਟ ਪ੍ਰਾਈਸ ਤੋਂ ਥੱਲੇ ਖਰੀਦ ਨਹੀਂ ਕੀਤੀ ਜਾਊਗੀ। ਜਿਵੇਂ ਮਰਜ਼ੀ ਤੁਸੀਂ ਕੰਟਰੈਕਟ ਕਰ ਲਓ, ਕੋਈ ਪ੍ਰੋਬਲਮ ਨਹੀਂ। किसान दे फसल लाने तो पहला भी तुसीं कंट्रैक्ट कर सकते हो, लेकिन वो जी कंट्रैक्ट फार्मिंग है, फार्मिंग ये गल जरूर मैंशन होनी चाहिए है उस दस्तावेज दे विच, उस डॉकूमेंट दे विच जिहदे किसान दे ते उस ट्रेडर दे साइन होणगे कि मिनिमम सपोर्ट प्राइस तो थल्ले खरीद नहीं की जाऊगी। अगर खरीद करदा है वो ट्रेडर या वो कंपनी तो उन्होंने 3 साल की सज़ा होनी है। ये है ये सीगे सोध बिल अपने मेन जिहड़े पॉइंट सीगे। इस तो इलावा एक होर बिल आया जिहदे विच अपनी जिहड़ी CPC है, सिविल प्रोसीजर कोड, दीवानी अदालतां दा जिहड़ी प्रक्रिया है उस प्रक्रिया नूं सिविल प्रोसीजर कोड दे विच दर्ज किया गया। उस विच एक मद ये सीगी कि अगर किसान दा कोई सिविल केस चलदा है ज़मीन नूं लैके, कोई रिकवरी है ना, और किसान के खिलाफ डिक्री पास हो गई है, किसान के खिलाफ केस हो गया, तो हुण तक किसान की ज़मीन नूं जब्त कर लिया जाता सी, अटैच कर लिया। स्पैशली दरम्याने किसानां नाल बहुत माड़ा हुंदा सी। तो फाइनांस मिनिस्टर मनप्रीत सिंह बादल ने बहुत वधिया सोध या बिल पेश किया जिहदे विच अमेंडमेंट की है। CPC विच कहा गया कि जिहड़े दरम्याने किसान ने 2.5 एकड़ तो लैके 5 एकड़ तक जिहड़े मालक ने, अगर वो सिविल अदालतां विच केस हार जाते हैं, किसी कोई भी रिकवरी प्रोसीडिंग्स उन्हां दे खिलाफ कोई वसूली वाली कोई प्रोसीडिंग्स उहदे खिलाफ चलदी है किसी छोटे किसान के खिलाफ, तो वो ज़मीन नूं हत्थ नहीं पाया जाऊगा, वो जिहड़ी ज़मीन है वो अटैच नहीं होगी। तो ये बहुत वड्डी जिहड़ी है अमेंडमेंट की गई। उस तो बाद ये सारी गल्लां होने तो बाद पंजाब CM ने जो ये बिल पेश कर रहे थे, पंजाब CM अपने कैप्टन अमरिंदर सिंह जी, वो उन्होंने ये गल भी कही कि मैं तैयार हाँ कि मैं डिसमिस होने भी तैयार हाँ, तो मैं अपनी सीट तो पासे हटन भी तैयार हाँ। मैं एज चीफ मिनिस्टर रिटायर होने तैयार हाँ, मेरी जेब के रिटायरमेंट लैटर होनी पिया, रिटायरमेंट नहीं जो भी तुसी मान लो भी मैं अपनी सीट छड्डण नूं तैयार हाँ। मैं जिमें जे सेंटर नूं लगदा है कि आ जिहड़े मैं बिल पास किए है ये एक तरह का विद्रोह है सेंटर के खिलाफ या रिबेलियन है, तो ठीक है जो तुसी कार्रवाई करनी है कर सकते हो, लेकिन मैं तो रेजिग्नेशन लैटर अपनी जेब विच लैके आया, मैं कदों मर्जी रिजाइन कर सकता CM की पोस्ट। तो ये उन्होंने गल कही है पंजाब स्टेट लैजिस्लेटिव असैंबली दे विच खड़ के कही है। हुण तुसी मैनूं कमेंट करके दसो कि ये पोलिटिकल स्टेटमेंट है, कि ये राजनीतिक स्टेटमेंट है, कि ये राजनीति है, कि वाकई जैनुअनली ये कंसर्न दिखाई है अपने चीफ मिनिस्टर ने। ये थोड़े तो छड्डिया। बाकी सुखबीर सिंह बादल जी भी पिछे नहीं रहे, उन्होंने भी कल बयान दिता है चंडीगढ़ के विच कि इनकेस जे साडी सरकार बनती है अकाली दल की तो असी पहला काम यही करांगे, असी सारे पंजाब नूं सरकारी मंडी घोषित कर देंगे। जे सारी मंडी सारा पंजाब ही सरकारी मंडी घोषित कर गई तो ओबवियसली सेंटर के जिहड़े एक्ट पास होए ने वो बिल्कुल रद्द हो जाएंगे। तो सुखबीर बादल का यह बयान है। हुण तुसीं दसो भी ये जिहड़ा बयान विच सच्चाई है जां इह 'च कोई दम हैगा? तुसीं मैनूं ये दसो कि जे पंजाब नूं सारे पंजाब नूं सरकारी मंडी घोषित करता तो उहदे की इंप्लीकेशनस होणगे, उहदा कोई असर होऊगा सेंटर के एक्ट ते? ये थोड़े ते छड्डिया। ये जे नहीं समझ आई तो मैं किसी नैक्सट वीडियो में तुहानूं समझा दूँगा। हुण गल ये है कि ये हुण बिल पास हो गए ने सोध बिल पंजाब दे, हुण ये गवर्नर कोल जाणगे, गवर्नर अगे उहदा प्रोसीजर की है, गवर्नर क्योंकि सोध बिल सेंटर दे है, प्रेजिडेंट कोल जाऊगे प्रेजिडेंट कोल जाणगे ठीक है। प्रेजिडेंट ने हुण साइन करने हैं, हुण प्रेजिडेंट तुहानूं लगदा साइन करू? मेरे ख्याल दे विच शायद प्रेजिडेंट साइन ना करे क्योंकि सेंटर ने यह एक्ट बनाया है
तो ਪ੍ਰੈਜ਼ੀਡੈਂਟ ਕੰਸਲਟੇਸ਼ਨ ਕਰੂਗਾ ਸੈਂਟਰ ਸਰਕਾਰ ਨਾਲ। ਸੈਂਟਰ ਸਰਕਾਰ ਕਿਉਂ ਅਲਾਊ ਕਰੂਗੀ ਜਾਂ ਸੈਂਟਰ ਸਰਕਾਰ ਕਿਉਂ ਕਹੂਗੀ ਪ੍ਰੈਜ਼ੀਡੈਂਟ ਨੂੰ ਸਾਈਨ ਕਰਨ ਲਈ। ਹਾਲਾਂਕਿ ਪ੍ਰੈਜ਼ੀਡੈਂਟ ਬਾਉਂਡ ਨਹੀਂ ਹੈਗਾ ਸੈਂਟਰ ਸਰਕਾਰ ਦੀ ਰਾਏ ਲਈ, ਲੇਕਿਨ ਆਪਣੀ ਇਹੀ ਹੈ ਟ੍ਰੈਡੀਸ਼ਨ ਕਿ ਪ੍ਰੈਜ਼ੀਡੈਂਟ ਉਹੀ ਕਰਦਾ ਜੋ ਸੈਂਟਰ ਸਰਕਾਰ ਕਹਿੰਦੀ ਹੈ। ਅਸਲੀ ਪਾਵਰਾਂ ਤਾਂ ਸੈਂਟਰ ਸਰਕਾਰ ਕੋਲੇ, ਕੈਬਨਿਟ ਕੋਲੇ, ਪ੍ਰਾਈਮ ਮਿਨਿਸਟਰ ਕੋਲ ਹੁੰਦੀਆਂ। ਪ੍ਰੈਜ਼ੀਡੈਂਟ ਤਾਂ ਇੱਕ ਪਪਟ ਹੈ, ਪ੍ਰੈਜ਼ੀਡੈਂਟ ਕੋਲੇ ਇੰਨੀਆਂ ਰੀਅਲ ਪਾਵਰਸ ਨਹੀਂ ਹੁੰਦੀਆਂ। ਹਾਂ, ਨੋਮੀਨਲ ਪਾਵਰਸ ਜ਼ਰੂਰ ਹੁੰਦੀਆਂ। ਕਿਉਂਕਿ ਪ੍ਰੈਜ਼ੀਡੈਂਟ ਸਾਈਨ ਕਰੂ ਜਾਂ ਨਾ ਕਰੂ ਇਹ ਬਹੁਤ ਵੱਡਾ ਕੁਐਸਚਨ ਹੈ। ਇਨ ਕੇਸ ਰਾਸ਼ਟਰਪਤੀ ਨੇ ਇਹਨਾਂ ਬਿੱਲਾਂ 'ਤੇ ਸਾਈਨ ਨਹੀਂ ਕੀਤੇ ਤਾਂ ਪੰਜਾਬ ਸਰਕਾਰ ਕੋਲ, ਇਹ ਧਿਆਨ ਨਾਲ ਸੁਣਨ ਵਾਲੀ ਗੱਲ ਹੈ, ਇਨ ਕੇਸ ਪ੍ਰੈਜ਼ੀਡੈਂਟ ਨੇ ਸਾਈਨ ਨਹੀਂ ਕੀਤੇ ਤਾਂ ਕੀ ਪੰਜਾਬ ਸਰਕਾਰ ਕੋਲ ਕੋਈ ਹੋਰ ਆਲਟਰਨੇਟਿਵ ਲੀਗਲ ਰੈਮਡੀ ਅਵੇਲੇਬਲ ਹੈ? ਕਿ ਪੰਜਾਬ ਸਰਕਾਰ ਨੇ ਕੋਈ ਵਕੀਲਾਂ ਦੀ ਟੀਮ ਤਿਆਰ ਕੀਤੀ ਹੋਈ ਹੈ, ਸੁਪਰੀਮ ਕੋਰਟ ਜਾਣ ਲਈ ਤਿਆਰ ਹੈ? ਅੱਗੇ ਹੀ SYL ਕੈਨਾਲ ਦਾ ਜਿਹੜਾ ਮੁੱਦਾ ਹੈ ਉਹ ਸੁਪਰੀਮ ਕੋਰਟ 'ਚ ਲਟਕਿਆ ਪਿਆ ਕਿੰਨੇ ਸਾਲਾਂ ਦਾ। ਪਹਿਲਾਂ ਵੀ ਆਪਣੇ ਚੀਫ ਮਿਨਿਸਟਰ ਅਮਰਿੰਦਰ ਸਿੰਘ ਨੇ ਸਟੈਂਡ ਲਿਆ ਸੀ ਔਰ SYL ਜਿਹੜਾ ਮੁੱਦਾ ਸੀ ਉਸ 'ਤੇ ਸੈਂਟਰ ਦਾ ਜਿਹੜਾ ਲਾਅ ਰੱਦ ਕਰਤਾ ਸੀ। ਹੁਣ ਫਿਰ ਰੱਦ ਕਰਤੇ ਖੇਤੀ ਬਿੱਲ। ਹੁਣ ਉਹ ਵੀ ਹੁਣ ਤੱਕ ਸੁਪਰੀਮ ਕੋਰਟ 'ਚ ਚੱਲੀ ਜਾਂਦਾ ਕੇਸ, ਉਹਦੇ ਵਿੱਚ ਕੋਈ ਫੈਸਲਾ ਨਹੀਂ ਆਇਆ। ਹੁਣ ਇਹ ਵੀ ਜੇ ਸੁਪਰੀਮ ਕੋਰਟ 'ਚ ਆਪਾਂ ਜਾਂਦੇ ਹਾਂ ਇਹਦਾ ਫੈਸਲਾ ਕਿੰਨੀ ਛੇਤੀ ਆ ਜਾਊਗਾ, ਇਹ ਹੁਣ ਆਉਣ ਵਾਲਾ ਸਮਾਂ ਹੀ ਦੱਸਦਾ ਹੈ। ਤੇ ਥੈਂਕ ਯੂ, ਧੰਨਵਾਦ।